ਸਤਿ ਸ਼੍ਰੀ ਅਕਾਲ। ਤੁਸੀਂ ਲੋਕਰਾਜ ਚੈਨਲ ਪੰਜਾਬੀ ਦੇਖ ਰਹੇ ਹੋ। ਮੈਂ ਤੁਹਾਡੇ ਨਾਲ ਸੁਖਿੰਦਰ ਸਿੰਘ। ਅੱਜ ਜਦੋਂ ਕਿਸਾਨੀ ਸੰਘਰਸ਼ ਚੱਲ ਰਿਹਾ ਤਾਂ ਉੱਥੇ ਇਹ ਗੱਲ ਵੀ ਕਿਤੇ ਨਾ ਕਿਤੇ ਉੱਠ ਕੇ ਸਾਹਮਣੇ ਆ ਜਾਂਦੀ ਹੈ। ਸੋਸ਼ਲ ਮੀਡੀਆ ਉੱਤੇ ਲੋਕੀ ਕਹਿ ਦਿੰਦੇ ਨੇ ਕਿ ਭਾਈ ਇਤਿਹਾਸ ਤੋਂ ਸਬਕ ਲੈਣਾ ਚਾਹੀਦਾ। ਸਾਡੇ ਇਤਿਹਾਸ ਵਿੱਚ ਕੀ ਕੁਝ ਹੋਇਆ ਸੀ, ਕਿੱਥੇ ਗਲਤੀਆਂ ਕੀਤੀਆਂ ਜਿਨ੍ਹਾਂ ਦਾ ਖਾਮਿਆਜ਼ਾ ਅੱਜ ਤੱਕ ਪੰਜਾਬ ਤੇ ਪੰਜਾਬੀਆਂ ਨੂੰ ਭੁਗਤਣਾ ਪੈਂਦਾ। ਉਸ ਉੱਤੇ ਅਸੀਂ ਗੱਲਬਾਤ ਕਰਾਂਗੇ ਕਿ ਉਹ ਕਿਹੜੀਆਂ ਇਤਿਹਾਸਕ ਘਟਨਾਵਾਂ ਨੇ, ਕਿਹੜੀਆਂ ਗਲਤੀਆਂ ਨੇ ਜਿਨ੍ਹਾਂ ਤੋਂ ਸਬਕ ਲੈਣ ਦੀ ਲੋੜ ਹੈ। ਦੂਜੀ ਗੱਲ ਇਹ ਕਿ ਗਰਾਊਂਡ ਲੈਵਲ ਦੇ ਉੱਤੇ ਜਿੱਥੇ ਕਿਸਾਨੀ ਸੰਘਰਸ਼ ਚੱਲ ਰਿਹਾ ਦਿੱਲੀ ਦੇ ਵਿੱਚ, ਉੱਥੇ ਕਿਹੜੀਆਂ ਪ੍ਰਸਥਿਤੀਆਂ ਇਹੋ ਜਿਹੀਆਂ ਜਿਹੜੀਆਂ ਮੁਸ਼ਕਲ ਖੜਾ ਕਰ ਸਕਦੀਆਂ ਨੇ, ਜਿਸ ਦੇ ਨਾਲ ਕਿਤੇ ਨਾ ਕਿਤੇ ਜਿਹੜਾ ਕਿਸਾਨੀ ਸੰਘਰਸ਼ ਨੂੰ ਢਾਹ ਲੱਗ ਸਕਦੀ ਹੈ, ਉਹਨਾਂ ਤੋਂ ਬਚਣ ਦੀ ਜ਼ਰੂਰਤ ਹੈ। ਇਸ ਸਭ ਦੇ ਉੱਤੇ ਗੱਲਬਾਤ ਕਰਾਂਗੇ। ਮੇਰੇ ਨਾਲ ਅਜੈਪਾਲ ਸਿੰਘ ਬਰਾੜ ਮੌਜੂਦ ਨੇ, ਜਿਹੜੇ ਜ਼ਮੀਨੀ ਲੈਵਲ ਦੇ ਉੱਤੇ ਉੱਥੇ ਹੋ ਕੇ ਵੀ ਆਏ ਨੇ। ਇਹਨਾਂ ਨੇ ਦੇਖਿਆ, ਬੜੀ ਨੇੜਿਓਂ ਤੱਕਿਆ ਕਿ ਕਿਸਾਨਾਂ ਦੇ ਸੰਘਰਸ਼ ਵਿੱਚ ਚੱਲ ਕੀ ਕੁਝ ਰਿਹਾ। ਬੜਾ ਵੱਡਾ ਸਹਿਯੋਗ ਜਿਹੜਾ ਸ਼ੰਭੂ ਮੋਰਚੇ ਦੀ ਪੰਚਾਇਤ ਦੇ ਵਿੱਚ ਵੀ ਇਹਨਾਂ ਦਾ ਰਿਹਾ। ਬਰਾੜ ਸਾਹਿਬ, ਤੁਹਾਡਾ ਸਵਾਗਤ ਹੈ ਲੋਕਰਾਜ ਚੈਨਲ ਪੰਜਾਬੀ ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ। ਬਰਾੜ ਸਾਹਿਬ, ਜਿਵੇਂ ਕਿ ਮੈਂ ਦੱਸਿਆ ਕਿ ਇਤਿਹਾਸ ਤੋਂ ਸਬਕ ਲੈਣ ਦੀ ਲੋੜ ਹੈ। ਤੁਸੀਂ ਇਤਿਹਾਸ ਨੂੰ ਬੜੀ ਨੇੜਿਓਂ ਵਾਚਿਆ, ਇਤਿਹਾਸ ਬਾਰੇ ਦੱਸਦੇ ਰਹਿੰਦੇ ਹੋ। ਇੱਕ ਤਰੀਕੇ ਦੇ ਨਾਲ ਤੁਸੀਂ ਹੁਣ ਸਮਝਾਉਣ ਦੀ ਕੋਸ਼ਿਸ਼ ਕਰੋ ਤਾਂ ਕਿ ਲੋਕਾਂ ਤੱਕ ਉਹ ਗੱਲ ਜਾਵੇ, ਉਹ ਸੁਨੇਹਾ ਜਾਵੇ ਕਿ ਇਤਿਹਾਸ 'ਚ ਇਹ ਗਲਤੀਆਂ ਅਸੀਂ ਕਰ ਚੁੱਕੇ ਹਾਂ। ਇਤਿਹਾਸਿਕ ਤੌਰ ਤੇ ਜੀ ਆਪਣਾ ਪੰਜਾਬ ਨੇ ਪਿਛਲੇ 100 ਸਾਲ ਚ ਸਮਝ ਲਓ, ਅੱਜ 100 ਸਾਲ ਤੋਂ ਕਾਫੀ ਮੋਰਚੇ ਲਗਾਏ ਆ ਤੇ ਜਿਹਦੇ ਵਿੱਚ ਸੰਘਰਸ਼ ਵੀ ਕੀਤੇ ਆ, ਪੀਸਫੁਲ ਸੰਘਰਸ਼ ਕੀਤੇ ਆ ਤੇ ਜਿੱਤਾਂ ਵੀ ਪ੍ਰਾਪਤ ਕੀਤੀਆਂ ਆ। ਚਾਹੇ ਉਹ ਆਪਣਾ ਗੁਰਦੁਆਰਾ ਸੁਧਾਰ ਲਹਿਰ ਸੀ ਤੇ ਚਾਹੇ ਪੰਜਾਬੀ ਸੂਬੇ ਦਾ ਮੋਰਚਾ ਸੀ ਤੇ ਲੇਟਲੀ ਆਪਾਂ ਧਰਮ ਯੁੱਧ ਮੋਰਚਾ ਵੀ ਦੇਖਿਆ ਸੀ। ਇੱਕ ਤਾਂ ਵੈਸੇ ਤਾਂ ਇਹ ਆ ਕਿ ਸਾਡੀ ਰੈਜ਼ੀਲੀਅੰਸ ਕਹਿ ਲਓ ਜਾਂ ਸਾਡੀ ਜਿਹੜੀ ਲੜਾਈ ਲੰਬੀ ਲੜਨ ਦੀ ਤਾਕਤ ਆ, ਉਹ ਬਹੁਤ ਤਾਕਤ ਹੈਗੀ ਆ ਉਹਦੇ ਵਿੱਚ। ਉਹ ਇਸ ਨੂੰ ਤਾਂ ਅਸੀਂ ਨਕਾਰ ਨਹੀਂ ਸਕਦੇ। ਚਾਹੇ ਪਿਛਲੇ ਮੋਰਚਿਆਂ ਨੂੰ ਵੇਖੀਏ, ਚਾਹੇ ਹੁਣ ਦੀ ਲਾਮਬੰਦੀ ਨੂੰ ਵੇਖੀਏ, ਤਾਂ ਅਸੀਂ ਵੱਡੀ ਲਾਮਬੰਦੀ ਕਰ ਸਕਦੇ ਹਾਂ ਤੇ ਤਾਕਤ ਵੀ ਲੰਬਾ ਸਮੇਂ ਤੱਕ ਲੜ ਸਕਦੇ ਹਾਂ। ਪਰ ਕਿਤੇ ਨਾ ਕਿਤੇ ਸਾਨੂੰ ਜਿਹੜੀ ਚੀਜ਼ ਤੋਂ ਧਿਆਨ ਰੱਖਣ ਦੀ ਲੋੜ ਆ ਕਿ ਕਿਸੇ ਵੀ ਸਮੇਂ ਇਹ ਵਾਇਲੈਂਸ ਹਾਲ ਨਾ ਮੁੜ ਜੇ, ਇਹ ਉਸ ਰਾਹ ਨਾ ਪੈ ਜੇ ਕਿ ਕਿਸੇ ਤਰੀਕੇ ਦੀ ਅਸ਼ਾਂਤੀ ਹੋ ਜੇ ਇੱਥੇ। ਕਿਉਂਕਿ ਸਰਕਾਰਾਂ ਹਮੇਸ਼ਾ ਸਾਡੇ ਮੋਰਚਿਆਂ ਦੇ ਵਿੱਚ ਐਸੀ ਵਾਇਲੈਂਸ ਨੂੰ ਇੰਟਰੋਡਿਊਸ ਕਰਨ ਦੀ ਕੋਸ਼ਿਸ਼ ਕਰਦੀਆਂ, ਕੋਈ ਲੜਾਈ ਝਗੜੇ ਨੂੰ, ਕੋਈ ਹੋਰ ਐਸੇ ਤੱਤ ਵਿੱਚ ਆ ਜਾਂਦੇ ਆ ਜਿਹੜੇ ਉਸ ਤੋਂ ਰਾਹ ਤੋਂ ਉਤਾਰ ਦਿੰਦੇ ਆ। ਦੂਸਰੀ ਚੀਜ਼ ਜਿਹੜੀ ਬਹੁਤ ਸਮਝਣ ਵਾਲੀ ਹੈ ਤੇ ਜਿਹੜੀ ਇੰਡੀਅਨ ਸਟੇਟ ਨੂੰ ਜੇ ਤੁਸੀਂ ਧਿਆਨ ਨਾਲ ਵੇਖੋ ਤਾਂ ਉਹ ਕਿਸੇ ਵੀ ਸਟਰਗਲ ਦੇ ਵਿੱਚ ਨਾ ਜੀ ਟਾਕਸ ਦੇ ਵਿੱਚ ਆ ਜਾਂਦੀ ਆ ਬਹੁਤ ਜਲਦੀ ਕਿ ਗੱਲਬਾਤ ਕਰੋ ਸਾਡੇ ਨਾਲ। ਆਪਾਂ ਹੁਣ ਇੱਥੇ ਵੀ ਵੇਖ ਰਹੇ ਹਾਂ ਕਿ ਉਹ ਗੱਲਬਾਤ 'ਚ ਸ਼ੁਰੂ ਤੋਂ ਹੀ ਇਹ ਕਹਿੰਦੇ ਵੀ ਗੱਲਬਾਤ ਨਾਲ ਮਸਲਾ ਹੱਲ ਹੋਊਗਾ, ਪਰ ਉਹ ਗੱਲਬਾਤ ਦੇ ਦੌਰਾਨ ਹੀ ਉਹ ਤੁਹਾਨੂੰ ਭਾਂਪ ਕੇ ਲੰਬੀ ਗੱਲਬਾਤ ਚਲਾ ਕੇ ਤੁਹਾਡੇ ਸੰਘਰਸ਼ ਨੂੰ ਖੁੰਡਾ ਕਰ ਦਿੰਦੀ ਹੈ। ਐਤਕੀ ਵਾਰ ਇੱਕ ਬਹੁਤ ਚੰਗੀ ਗੱਲ ਜਿਹੜੀ ਚੱਲ ਰਹੀ ਹੈ ਕਿ ਕਿਸੇ ਵੀ ਪੁਆਇੰਟ ਤੇ ਸਾਡੇ ਜਿਹੜੇ ਕਿਸਾਨ ਜਥੇਬੰਦੀਆਂ ਉਹਨਾਂ ਨੇ ਸੰਘਰਸ਼ ਨੂੰ ਢਿੱਲਾ ਨਹੀਂ ਪੈਣ ਦਿੱਤਾ। ਉਹਨਾਂ ਨੇ ਕਿਤੇ ਵੀ ਇਹ ਨਹੀਂ ਕੰਪਰੋਮਾਈਜ਼ ਕੀਤਾ ਕਿ ਵੀ ਗੱਲਬਾਤ ਕਰਦੇ ਸਹੀ ਅਸੀਂ ਸੰਘਰਸ਼ ਨਹੀਂ ਕਰਾਂਗੇ। ਸੋ ਇਹ ਚੀਜ਼ ਦਾ ਧਿਆਨ ਰੱਖਣਗੇ ਜੇ ਉਹ ਅੱਗੇ ਵੀ ਕਿ ਸੰਘਰਸ਼ ਜਾਰੀ ਰੱਖਣ, ਆਪਦਾ ਸੰਘਰਸ਼ ਤਿੱਖਾ ਕਰਦੇ ਜਾਣ, ਪਰ ਗੱਲਬਾਤ ਵਾਸਤੇ ਰੈਡੀ ਰਹਿਣ, ਤਾਂ ਕੋਈ ਮੇਰਾ ਖਿਆਲ ਨਹੀਂ ਕਿ ਕੋਈ ਇਹ ਪ੍ਰੋਬਲਮਸ ਆ ਸਕਦੀਆਂ। ਇਹ 2-4 ਲਰਨਿੰਗਸ ਆ ਜਿਹੜੀਆਂ ਧਿਆਨ ਰੱਖਣ ਵਾਲੀਆਂ। ਦੂਸਰੀ ਗੱਲ ਇਹ ਆ ਕਿ ਵੀ ਕਿਉਂਕਿ ਆਪਾਂ ਸੰਘਰਸ਼ ਲੰਬਾ ਲੜਨਾ ਹੈ ਤਾਂ ਤੁਸੀਂ ਅਕਾਲੀਆਂ ਦੇ ਮੋਰਚਿਆਂ ਤੋਂ ਜਾਂ ਹੋਰ ਮੋਰਚਿਆਂ ਤੋਂ ਇਹ ਵੇਖਿਆ ਹੋਊਗਾ ਕਿ ਉੱਥੇ ਰੋਟੇਸ਼ਨ ਬਣਾ ਲੈਂਦੇ ਸੀ ਉਹ ਬਹੁਤ ਸੋਹਣੀ, ਕਿ ਕੁਛ ਜਾਣੇ ਆ ਗਏ, ਕੁਛ ਚਲੇ ਗਏ, ਕੁਛ ਆ ਗਏ, ਕੁਛ ਚਲੇ ਗਏ। ਤਾਂ ਉਹਦੇ ਨਾਲ ਜਿਹੜੀ ਇਹ ਤਾਕਤ ਤੁਹਾਡੀ ਜਾਂ ਤੁਹਾਡਾ ਕੇਡਰ ਫਰੈਸ਼ ਰਹਿੰਦਾ, ਉਹ ਥੱਕਦਾ ਨਹੀਂ, ਲੰਬੀ ਲੜਾਈ ਲੜੀ ਜਾ ਸਕਦੀ ਆ। ਸੋ ਇਹ 2-4 ਗੱਲਾਂ ਜੀ। ਤੇ ਆਸ-ਪਾਸ ਵਾਲਿਆਂ ਦਾ ਧਿਆਨ ਰੱਖਣਾ ਜਿਹੜਾ ਇਹ ਆਪਾਂ ਇਤਿਹਾਸ ਤੋਂ ਵੇਖਦੇ ਹਾਂ ਕਿ ਇਹ ਕੁਛ ਪੋਜ਼ਿਟਿਵਸ ਆ ਉੱਥੋਂ ਸਿੱਖਣ ਵਾਲੇ। ਤੇ ਟਾਕਸ ਦੇ ਦੌਰਾਨ ਖੁੰਡਾ ਹੋਇਆ ਜਿਹੜਾ ਸੰਘਰਸ਼ ਖੁੰਡਾ ਹੁੰਦਾ ਹੈ, ਉਹਦਾ ਧਿਆਨ ਰੱਖਣਾ ਪੈਣਾ ਆਪਾਂ ਨੂੰ ਕਿ ਐਤਕੀ ਵਾਰ ਉਹ ਕੰਮ ਨਾ ਸਾਡੇ ਨਾਲ ਹੋ ਜਾਏ। ਜੀ ਬਰਾੜ ਸਾਹਿਬ, ਸੰਘਰਸ਼ ਕਿੱਦਾਂ ਖੁੰਡਾ? ਆਪਾਂ ਜੇ ਸਰਕਾਰ ਦੀਆਂ ਚਾਲਾਂ ਦੀ ਗੱਲ ਕਰੀਏ, ਪਿਛਲੇ ਸਮਿਆਂ ਦੇ ਵਿੱਚ ਇਤਿਹਾਸ ਤੋਂ ਅਸੀਂ ਕਿਸ ਤਰ੍ਹਾਂ ਸਬਕ ਲਈਏ? ਕੋਈ ਇਤਿਹਾਸਕ ਘਟਨਾ ਜਿਹੜੀ ਤੁਹਾਡੀ ਨਜ਼ਰ ਵਿੱਚ ਹੋਵੇ, ਤੁਸੀਂ ਦੱਸੋ। ਧਰਮ ਯੁੱਧ ਮੋਰਚੇ ਵੇਲੇ ਹੀ ਤੁਸੀਂ ਦੇਖਿਆ ਹੋਣਾ ਜੀ ਕਿ ਜਿਹੜੇ ਆਪਣਾ ਅਕਾਲੀ ਜਦੋਂ ਜਾਂਦੇ ਸੀ ਟਾਕਸ ਤੇ, ਹੁਣ ਤਾਂ ਗੱਲਬਾਤ ਹੀ ਆ ਗਈ ਆ ਕਿ ਉਹ ਜਦੋਂ ਗੱਲਬਾਤ ਕਰਨ ਜਾਂਦੇ ਸੀ ਤਾਂ ਸਰਕਾਰ ਦਾ ਕਿਤੇ ਵੀ ਕੋਈ ਇੱਛਾ ਨਹੀਂ ਸੀ ਉਹਨਾਂ ਨਾਲ ਫੈਸਲਾ ਕਰਨ ਦੀ। ਉਹ ਐਵੇਂ ਹੀ ਮਤਲਬ ਗੱਲਾਂ ਬਾਤਾਂ ਵਾਸਤੇ ਸਾਧਦੇ ਸੀ। ਤਾਂ ਹੁਣ ਵੀ ਤੁਸੀਂ ਵੇਖੋ, ਹਲੇ ਤੱਕ ਸਰਕਾਰ ਨੇ ਕੋਈ ਦ੍ਰਿੜ ਇੱਛਾ ਨਹੀਂ ਵਿਖਾਈ ਕਿ ਉਹਨਾਂ ਨੇ ਫੈਸਲੇ ਤੇ ਆਉਣਾ। ਉਹ ਗੱਲਬਾਤ ਕਰਨ ਵਾਸਤੇ ਸਾਧਦੇ ਆ, ਪਰ ਉਹ ਗੱਲਬਾਤ ਇੱਕ ਸਟੇਜ ਪੁਰਾਣੀ ਗੱਲ ਕਰ ਰਹੇ ਹੁੰਦੇ ਆ। ਉਹ ਇਸ ਤਰ੍ਹਾਂ ਸ਼ੋਅ ਕਰ ਰਹੇ ਹੁੰਦੇ ਕਿ ਵੀ ਜਿਵੇਂ ਵੀ ਗੱਲਬਾਤ ਉਹ ਕਰ ਲਈਏ ਅਸੀਂ ਜਿਹੜੀ ਕਿ ਆਪਣਾ ਹਲੇ ਪਿਛਲੇ ਸਪੌਟ ਤੇ ਗੱਲ ਹੋ ਰਹੀ ਹੁੰਦੀ ਆ ਜੀ।
ਜੀ। ਤੇ ਪੰਜਾਬੀ ਸੂਬੇ ਮੋਰਚੇ ਵੇਲੇ ਕੀ ਕੁਝ ਹੋਇਆ, ਥੋੜਾ ਉਹਦੇ ਉੱਤੇ ਚਾਨਣਾ ਪਾਓ ਕਿ ਉਹ ਮੋਰਚਾ ਕਿਸ ਤਰ੍ਹਾਂ ਦਾ ਰਿਹਾ ਸੀ। ਪੰਜਾਬੀ ਸੂਬੇ ਦਾ ਜਿਹੜਾ ਮੋਰਚਾ ਸੀ, ਇੱਕ ਤਾਂ ਜੀ ਉਹ ਲੰਬਾ ਬਹੁਤ ਚੱਲਿਆ ਸੀ, ਇੱਕ ਉਸ ਟਾਈਮ ਸਟੇਟ ਬਹੁਤ ਹੀ ਅਗਰੈਸਿਵ ਸੀਗੀ। ਉਹਨੇ ਸਟੈਂਸ ਜਿਹੜਾ ਬਹੁਤ ਅਗਰੈਸਿਵ ਲਿਆ ਸੀ, ਇੱਥੋਂ ਤੱਕ ਕਿ ਵੇਖੋ ਪੰਜਾਬੀ ਸੂਬੇ ਦਾ ਨਾਰਾ ਲੱਗਣਾ ਵੀ ਅਲਾਉਡ ਨਹੀਂ ਹੁੰਦਾ ਸੀਗਾ ਉਸ ਟਾਈਮ। ਇਹ ਸੀਗਾ ਪਰ ਪੰਜਾਬੀ ਸੂਬੇ ਦੇ ਮੋਰਚੇ ਵੇਲੇ ਕੁਝ ਪੋਜ਼ਿਟਿਵ ਸੀਗੀਆਂ ਇਹ ਕਿ ਵੀ ਉਹ ਉਸ ਸਮੇਂ ਜੋ ਸੀਗੇ ਸਿੱਖ ਰਿਲੀਜੀਅਸ ਸਿੰਬਲਿਜ਼ਮ ਨੇ ਜਾਂ ਸਿੱਖ ਇੰਸਟੀਟਿਊਸ਼ਨਸ ਨੇ ਉਹਦੀ ਬਹੁਤ ਸਪੋਰਟ ਕੀਤੀ ਸੀ। ਇਸ ਮੋਰਚੇ 'ਚ ਵੀ ਤੁਸੀਂ ਵੇਖੋਗੇ ਕਿ ਲੰਗਰ ਦੀ ਸੇਵਾ ਤੇ ਹੋਰ ਚੀਜ਼ਾਂ ਜਾਂ ਗੁਰਦੁਆਰੇ ਜਾਂ ਉਹ ਚੀਜ਼ਾਂ ਅਵੇਲੇਬਲ ਸੀਗੀਆਂ ਲੋਕਾਂ ਨੂੰ, ਤੇ ਉਹ ਸੰਘਰਸ਼ 'ਚ ਸਹਾਈ ਹੁੰਦੀਆਂ। ਪਰ ਉਸ ਵੇਲੇ ਉਹ ਕਿਤੇ ਨਾ ਕਿਤੇ ਉਹ ਪੰਜਾਬੀ ਸੂਬੇ ਦੀ ਬਜਾਏ ਉਹ ਸਿੱਖ ਸੂਬੇ ਵਾਂਗੂ ਸ਼ੋ ਹੋਣ ਲੱਗ ਗਿਆ ਸੀਗਾ ਜੀ, ਕਿ ਵੀ ਸੰਘਰਸ਼ ਜਿਵੇਂ ਸਿੱਖਾਂ ਦਾ ਹੀ ਸੰਘਰਸ਼ ਹੈਗਾ ਜੀ। ਤਾਂ ਉਹ ਧਿਆਨ ਇੱਕ ਰੱਖਣ ਦੀ ਲੋੜ ਹੈ। ਇੱਥੇ ਹੁਣ ਵੀ ਸਿੱਖ ਜੂਝ ਰਹੇ ਹੈਗੇ ਆ, ਮਤਲਬ ਇਹ ਨਹੀਂ ਕਿ ਸਿੱਖ ਐਲੀਮੈਂਟ ਨਹੀਂਗਾ ਜਾਂ ਸਿੱਖ ਹੈ ਨਹੀਂ ਗੇ ਇਹਦੇ ਵਿੱਚ, ਪਰ ਇਹ ਆ ਕਿ ਵੀ ਉਹਨੂੰ ਕਿਸੇ ਤਰੀਕੇ ਨਾਲ ਉਹ ਨਾ ਹੋ ਜੇ ਕਿ ਵੀ ਉਹ ਸਿੱਖ ਸਿੰਬਲਿਜ਼ਮ ਵੱਲ ਜਾਂਦਾ ਰਹੇ ਜਾਂ ਪਿਓਰਲੀ ਜਿਵੇਂ ਹੁਣ ਡੱਬ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿ ਇਹ ਖਾਲਿਸਤਾਨੀ ਮੂਵ ਆ। ਨਹੀਂ, ਵੇਖੋ ਹਰ ਤਰ੍ਹਾਂ ਦਾ ਹਰ ਰੰਗ ਭਾਵ ਦਾ ਪੰਜਾਬੀ ਇਹਦੇ ਵਿੱਚ ਹੈਗਾ, ਚਾਹੇ ਉਹ ਕਾਮਰੇਡ ਹੈ ਚਾਹੇ ਉਹ ਖਾਲਿਸਤਾਨੀ ਵੀ ਜਾਊਗਾ ਹੀ, ਆਫਟਰ ਆਲ ਪੰਜਾਬੀ ਆ। ਜਦੋਂ ਉਹ ਲੜ ਰਿਹਾ ਆਪਦੇ ਕਿਸਾਨ, ਕੋਈ ਹੋ ਸਕਦਾ ਉਸ ਵਿਚਾਰਧਾਰਾ ਦਾ ਵੀ ਹੋਵੇ, ਪਰ ਇਹਨੂੰ ਇੱਕ ਰੰਗਤ ਜਿਹੜੀ ਦੇਣ ਦੀ ਕੋਸ਼ਿਸ਼ ਕਰਦੀ ਹੁੰਦੀ ਹੈ ਸਟੇਟ, ਜਾਂ ਉਹ ਨਾ ਉਹਦਾ ਧਿਆਨ ਰੱਖਣਾ ਜ਼ਰੂਰੀ ਹੈ ਜੀ। ਬਰਾੜ ਸਾਹਿਬ, ਜੇ ਆਪਾਂ ਦੇਖੀਏ ਕਿ ਖਾਲਿਸਤਾਨੀਆਂ ਤੋਂ ਤੇ ਕਾਮਰੇਡਾਂ ਤੋਂ ਇਹੋ ਜਿਹਾ ਕਿਹੜਾ ਡਰ ਜਿਹੜਾ ਉਹ ਬਣਿਆ ਰਹਿੰਦਾ ਹੈ ਕਿ ਸੰਘਰਸ਼ਾਂ ਦੌਰਾਨ, ਜਿਵੇਂ ਹੁਣ ਵੀ ਕਿਤੇ ਨਾ ਕਿਤੇ ਕਿਹਾ ਜਾ ਰਿਹਾ ਕਿ ਸਟੇਜਾਂ ਉੱਤੇ ਬੋਲਣ ਨਹੀਂ ਦਿੱਤਾ ਜਾਂਦਾ, ਜੇ ਜਿਹੜੇ ਬੋਲ ਰਹੇ ਨੇ ਉਹਨਾਂ ਨੂੰ ਕਾਮਰੇਡ ਵੀ ਕਹਿ ਦਿੱਤਾ ਜਾਂਦਾ, ਕੁਝ ਇਸ ਤਰ੍ਹਾਂ ਦਾ ਤੁਹਾਨੂੰ ਕੀ ਲੱਗਦਾ ਹੈ ਕਿ ਡਰ ਕਿਸ ਗੱਲ ਦਾ ਰਹਿੰਦਾ ਹੈ? ਇਹ ਵੈਸੇ ਤਾਂ ਜੀ ਵੇਖੋ ਮਿਥਸ ਕ੍ਰੀਏਟ ਕੀਤੀਆਂ ਇੰਡੀਅਨ ਸਟੇਟ ਨੇ ਵੀ ਇਹ ਕਾਮਰੇਡ ਆ, ਇਹ ਖਾਲਿਸਤਾਨੀ ਆ। ਵੇਖੋ ਇਹ ਗੱਲਾਂ ਸੰਘਰਸ਼ ਨਾਲ, ਇਸ ਮੌਜੂਦਾ ਸੰਘਰਸ਼ ਨਾਲ ਕੋਈ ਲੈਣ ਦੇਣ ਨਹੀਂ। ਕਿਸੇ ਬੰਦੇ ਦੀ ਕੋਈ ਸੋਚ ਹੋ ਸਕਦੀ ਆ, ਉਹ ਲੈਫਟ ਦੀ ਸੋਚ ਰੱਖ ਸਕਦਾ ਹੈ, ਉਹਨੂੰ ਉਹ ਤਰੀਕਾ ਸਹੀ ਲੱਗਦਾ ਹੋ ਸਕਦਾ ਤੇ ਉਹਦੇ 'ਚ ਰੱਖਣ 'ਚ ਕੋਈ ਹਰਜ ਨਹੀਂ। ਕੋਈ ਖਾਲਿਸਤਾਨੀ ਸੋਚ ਵੀ ਰੱਖ ਸਕਦਾ, ਤੇ ਜਦੋਂ ਭਾਰਤ ਦਾ ਸੰਵਿਧਾਨ ਜਾਂ ਭਾਰਤ ਦਾ ਸਿਸਟਮ ਉਹਨੂੰ ਇਜਾਜ਼ਤ ਵੀ ਦਿੰਦਾ ਹੈ ਤੇ ਉਹਦੀਆਂ ਉਹ ਐਸਪੀਰੇਸ਼ਨਸ ਆ, ਤਾਂ ਉਹਦੀ ਟੈਬੂਜ਼ ਜਾਂ ਉਹ ਮਿਥਸ ਨੂੰ ਖੜਾ ਕਰਕੇ ਤੇ ਸੰਘਰਸ਼ ਨੂੰ ਸਟੇਟ ਵੱਲੋਂ ਜਿਵੇਂ ਟਾਰਪੀਡੋ ਕੀਤਾ ਜਾਂਦਾ ਹੈ ਜਾਂ ਉਹਨੂੰ ਪੁਆਇੰਟ ਆਊਟ ਕੀਤਾ ਜਾਂਦਾ, ਤਾਂ ਉਹ ਤਾਂ ਐਵੇਂ ਇੱਕ ਐਲੀਬਾਈਜ਼ ਯੂਜ਼ ਕਰਦੇ ਆ। ਪਰ ਇਹਨਾਂ ਦਾ ਇਹਦੇ 'ਚ ਕੀ ਹੈਗਾ ਜੀ, ਜੇ ਉਹ ਜਾਂਦਾ ਤੇ ਉਹ ਵਿਚਾਰ ਰੱਖਦਾ ਤੇ ਉਹ ਕਿਸਾਨ ਹੋ ਸਕਦਾ ਤੇ ਜਾਂ ਕਿਸਾਨਾਂ ਦਾ ਸਮਰਥਕ ਹੋ ਸਕਦਾ, ਤੇ ਉਹਦੇ 'ਚ ਕੋਈ, ਮੇਰਾ ਖਿਆਲ ਤਾਂ ਕੋਈ ਵੱਡੀ ਗੱਲ, ਮਤਲਬ ਕੋਈ ਮਾੜੀ ਗੱਲ ਨਹੀਂ ਗੀ। ਕਿਸੇ ਪੁਆਇੰਟ ਦੇ ਉੱਤੇ ਕਿਸੇ ਬੰਦੇ ਦੇ ਕੋਈ ਵਿਚਾਰ ਹੋ ਸਕਦੇ ਆ ਤੇ ਮੌਜੂਦਾ ਸੰਘਰਸ਼ ਦਾ ਸਮਰਥਕ ਹੋ ਸਕਦਾ, ਪਰ ਉਸ ਗੱਲ ਨੂੰ ਪੁਆਇੰਟ ਆਊਟ ਕਰਕੇ ਉਹਨੂੰ ਕਹਿਣਾ ਤਾਂ ਗਲਤ ਹੈ ਜੀ। ਹੁਣ ਖਾਲਿਸਤਾਨ ਦੀ ਗੱਲ ਹੈ, ਉਹ ਐਸਪੀਰੇਸ਼ਨਸ ਆ ਕੁਝ ਲੋਕਾਂ ਦੀ, ਕਿਉਂਕਿ ਉਹਨਾਂ ਦਾ ਯੂਨੀਅਨ ਦੇ ਨਾਲ ਜੇ ਉਹਨਾਂ ਨੂੰ ਪ੍ਰੋਬਲਮ ਆ ਰਹਿਣ ਦੇ ਵਿੱਚ, ਉਹ ਐਸਪੀਰੇਸ਼ਨਸ ਆ, ਤੇ ਉਹ ਐਸਪੀਰੇਸ਼ਨਸ ਨੂੰ ਜੇ ਪੀਸਫੁਲੀ ਅੱਗੇ ਰੱਖਦੇ ਆ ਤਾਂ ਸਟੇਟ ਨੂੰ ਜਾਂ ਲੋਕਾਂ ਨੂੰ ਜਾਂ ਇਵਨ ਮੀਡੀਆ ਨੂੰ ਜਿਹੜੀ ਉਹਨੂੰ ਕੰਡੈਮ ਕਰਦੀ, ਉਹਨੂੰ ਕੀ ਪ੍ਰੋਬਲਮ ਹੋ ਸਕਦੀ ਆ। ਉਸੇ ਤਰੀਕੇ ਨਾਲ ਜੇ ਕੋਈ ਲੈਫਟ ਥਾਟ ਦਾ ਬੰਦਾ, ਤੇ ਲੈਫਟ ਥਾਟ ਇੱਕ ਆਈਡੀਓਲੋਜੀ ਆ ਜਿਹਨੇ ਇੱਕ ਪੂਰਾ ਇੱਕ ਪਰਸਪੈਕਟਿਵ ਦਿੱਤਾ ਹੈ ਸੈਪਰੇਟ, ਕਿ ਵੀ ਇਸ ਤਰੀਕੇ ਦਾ ਜੀਵਨ ਸ਼ੈਲੀ ਹੋ ਸਕਦੀ ਹੈ, ਇਸ ਤਰੀਕੇ ਦਾ ਸਨਅਤ ਹੋ ਸਕਦੀ ਹੈ, ਇਸ ਤਰੀਕੇ ਨਾਲ ਰਹਿ ਸਕਦੇ ਆ ਆਪਾਂ। ਤੇ ਜੇ ਉਹ ਬੰਦੇ ਆਪਦੇ ਵਿਚਾਰ ਦਿੰਦੇ ਆ, ਪਰ ਉਹ ਕੋਈ ਵਾਇਲੈਂਸ ਨਹੀਂ ਕਰਦੇ, ਕੋਈ ਤੋੜਫੋੜ ਨਹੀਂ ਕਰਦੇ, ਕੋਈ ਐਸਾ ਕੰਮ ਨਹੀਂ ਕਰਦੇ ਜਿਹੜਾ ਆਪਣੇ ਜੀਵਨ ਨੂੰ ਪ੍ਰੋਬਲਮ ਕਰਦਾ, ਤੇ ਆਪਣੇ ਦਾਇਰੇ 'ਚ ਰਹਿ ਕੇ ਗੱਲ ਆਪਦੇ ਵਿਚਾਰ ਰੱਖਦੇ ਆ, ਤੇ ਉਹ ਵਿਚਾਰਾਂ ਦੇ ਉੱਤੇ ਇਸ ਗੱਲ ਕਰਕੇ ਕਹਿ ਦੇਣਾ ਕਿ ਨਹੀਂ ਜੀ ਉੱਥੇ ਉਹ ਬੋਲ ਗਿਆ, ਉੱਥੇ ਉਹ ਬੋਲ ਗਿਆ ਤੇ ਸੰਘਰਸ਼ ਗਲਤ ਹੈਗਾ, ਇਹ ਬਿਲਕੁਲ ਇਹ ਤਾਂ ਧੱਕੇ ਨਾਲ ਉਸ ਸੰਘਰਸ਼ ਨੂੰ ਟਾਰਪੀਡੋ ਕਰਨਾ ਜਾਂ ਲੀ ਤੋਂ ਲਾਉਣ ਵਾਲੀ ਗੱਲ ਹੈ ਜੀ। ਅੱਛਾ, ਜਦੋਂ ਕਾਨੂੰਨ ਕਹਿੰਦਾ ਹੈ ਕਿ ਤੁਹਾਡਾ ਇਹ ਹੱਕ ਹੈ, ਤੁਹਾਡਾ ਰਾਈਟ ਹੈ, ਤੁਸੀਂ ਆਪਣੀ ਜਿਹੜੀ ਉਹ ਮੰਗ ਡੈਮੋਕ੍ਰੈਟਿਕ ਤਰੀਕੇ ਨਾਲ ਰੱਖ ਸਕਦੇ ਹੋ, ਤੁਸੀਂ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਕਿਤੇ ਵੀ ਆਵਾਜ਼ ਉਠਾ ਸਕਦੇ ਹੋ, ਡੈਮੋਕ੍ਰੈਟਿਕ ਤਰੀਕਾ, ਲੋਕਤੰਤਰੀ ਤਰੀਕਾ ਜਿਹਨੂੰ ਕਹਿੰਦੇ ਨੇ। ਪਰ ਦੂਜੇ ਪਾਸੇ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਕਿ ਜਿਸ ਤਰੀਕੇ ਦੇ ਨਾਲ ਜਦੋਂ ਵੀ ਕੋਈ ਮੂਵਮੈਂਟ ਖੜੀ ਹੁੰਦੀ ਹੈ ਪੰਜਾਬ ਦੇ ਵਿੱਚੋਂ, ਤਾਂ ਉਹਨੂੰ ਵੱਖਵਾਦ ਨਾਲ ਜੋੜ ਦਿੱਤਾ ਜਾਂਦਾ ਹੈ ਕਿ ਇਹ ਵੱਖ ਹੋਣ ਦੀਆਂ ਗੱਲਾਂ ਕਰਦੇ ਨੇ, ਜਾਂ ਖਾਲਿਸਤਾਨ ਮੰਗਦੇ ਨੇ, ਜਾਂ ਆਪਣੀ ਵੱਖਰੀ ਧਾਰਾ ਰੱਖਦੇ ਨੇ। ਉਹ ਇਸ ਤਰ੍ਹਾਂ ਕਿਉਂ ਪੰਜਾਬ ਦੇ ਅੰਦੋਲਨ ਨੂੰ ਹੀ ਏਦਾਂ, ਪੰਜਾਬੀਆਂ ਦੇ ਅੰਦੋਲਨ ਨੂੰ ਏਦਾਂ ਕਿਉਂ ਭੰਡਿਆ ਜਾਂਦਾ? ਪਹਿਲੀ ਗੱਲ ਤਾਂ ਜੀ ਇਹ ਨਾ ਸਟੇਟ ਦਾ, ਇੰਡੀਅਨ ਸਟੇਟ ਦਾ ਮੈਥਡ ਆ। ਤੁਸੀਂ ਵੇਖੋ ਹੁਣ ਪਿੱਛੇ ਸੀਏ ਦੇ ਨੂੰ ਵੀ ਉਹਨਾਂ ਨੇ ਇੱਕ ਤਰ੍ਹਾਂ ਮੁਸਲਿਮ ਤੇ ਸੈਪਰੇਟਿਸਟ ਤੇ ਟੈਰਰਿਸਟ ਤੇ ਪਤਾ ਨਹੀਂ ਕੀ ਉਹਨੂੰ ਬਲੇਮਸ ਲਾਤੇ ਸੀਗੇ। ਹਾਲਾਂਕਿ ਉਹ ਸਿਰਫ ਇਹ ਗੱਲ ਕਰ ਰਹੇ ਸੀਗੇ ਕਿ ਵੀ ਸਾਡੇ ਤੋਂ ਆ ਕਾਗਜ਼ ਜਾਂ ਸਾਡੇ ਤੋਂ ਆ ਡਾਕੂਮੈਂਟਸ ਨਾ ਪੁੱਛੇ ਜਾਣ, ਸਾਡਾ ਅਧਿਕਾਰ ਹੈ ਭਾਰਤ ਦੇ ਸਿਟੀਜ਼ਨਸ਼ਿਪ ਦਾ। ਇੱਕ ਜੈਨੂਅਨ ਪ੍ਰੋਟੈਸਟ ਦੇ ਤੌਰ ਤੇ ਉਹ ਪ੍ਰੋਟੈਸਟ ਕਰ ਰਹੇ ਸੀ, ਪਰ ਉਹਨੂੰ ਬੜਾ ਕੁਝ ਲੇਬਲ ਹੋਇਆ ਤੇ ਉਹਦੇ ਵਿੱਚ ਬਾਅਦ ਕੇਸਿਸ ਵੀ ਚੱਲੇ, UAPA ਦੇ ਕੇਸਿਸ ਵੀ ਚੱਲੇ। ਉਸੇ ਤਰੀਕੇ ਨਾਲ ਜੇ ਹੁਣ ਤੁਸੀਂ ਪੰਜਾਬ ਦੇ ਕੰਟੈਕਸਟ
'ਚ ਲੈ ਲਓ ਤਾਂ ਪੰਜਾਬ 'ਚ ਤਾਂ ਇਹ ਲਗਾਤਾਰ ਚੱਲਦਾ ਆਇਆ ਹੈ। ਚਾਹੇ ਉਹ ਪੰਜਾਬੀ ਸੂਬੇ ਦੀ ਮੂਵਮੈਂਟ ਸੀ, ਉਦੋਂ ਵੀ ਉਹਨੂੰ ਇਹ ਕੋਸ਼ਿਸ਼ ਕੀਤੀ ਗਈ ਕਿ ਵੀ ਇਹਨੂੰ ਵੱਖਵਾਦੀ ਕੀਤਾ ਜਾਵੇ। ਧਰਮ ਯੁੱਧ ਮੋਰਚੇ ਵੇਲੇ ਤੋਂ ਪੀਕ ਤੇ ਜਾਂਦੀ ਰਹੀ ਕਿ ਵੀ ਉਹਨੂੰ ਲੇਬਲ ਹੀ ਇਹ ਕਰਤਾ ਕਿ ਵੀ ਇਹ ਤਾਂ ਵੀ ਜਿਵੇਂ ਅਨੰਦਪੁਰ ਸਾਹਿਬ ਦਾ ਮਤਾ ਜਿਹੜਾ ਪਿਓਰਲੀ ਫੈਡਰਲ ਸਟਰਕਚਰ ਸਾਰੇ ਰਾਜਾਂ ਵਾਸਤੇ ਮੰਗਦਾ, ਤੇ ਉਸ ਟਾਈਮ ਇਕੱਲੇ ਸਿੱਖ ਆਪਣਾ ਪੰਜਾਬ ਨਹੀਂ ਇਹ ਫੈਡਰਲ ਸਟਰਕਚਰ ਦੀ ਡਿਮਾਂਡ ਕਰ ਰਿਹਾ ਸੀ, ਜਾਂ ਪੰਜਾਬੀ ਨਹੀਂ ਕਰ ਰਹੇ ਸੀ, ਸਦਰਨ ਸਟੇਟਸ ਵੀ ਕਰ ਰਹੇ ਸੀ। ਸਰਕਾਰ ਨੇ ਸਰਕਾਰੀ ਕਮਿਸ਼ਨ ਵੀ ਬਿਠਾਇਆ, ਪਰ ਪਤਾ ਨਹੀਂ ਉਹਨੂੰ ਮਤਲਬ ਈਜ਼ੀਲੀ ਆਪਦੇ ਕੰਸੈਂਸਸ ਕ੍ਰੀਏਟ ਕਰਨਾ ਹੁੰਦਾ, ਇੱਕ ਬਹੁਤ ਵੱਡਾ ਮੌਨਸਟਰ ਕ੍ਰੀਏਟ ਕਰ ਦਿੰਦੇ ਆ ਬਾਕੀ ਭਾਰਤ ਵਾਸਤੇ ਕਿ ਵੀ ਇਹ ਪਤਾ ਨਹੀਂ ਕੀ ਐਸੀ ਚੀਜ਼ ਗੱਲ ਕਰ ਰਹੇ ਆ, ਇਹ ਹੱਕ ਨਹੀਂ ਮੰਗ ਰਹੇ, ਬਿਯੋਂਡ ਮੰਗ ਰਹੇ। ਉਹਦੇ ਨਾਲ ਕੀ ਆ, ਉਹਨਾਂ ਨੂੰ ਇੱਕ ਤਾਕਤ ਮਿਲ ਜਾਂਦੀ ਆ ਉਸ ਆਪਦੇ ਉਸ ਸਮਾਜ ਤੋਂ, ਜਾਂ ਕਹਿ ਲਓ ਜਾਂ ਉਸ ਸੁਸਾਇਟੀ ਤੋਂ, ਕਿ ਇਹਨੂੰ ਕ੍ਰਸ਼ ਕਰਨ ਦੀ। ਉਹ ਲੋਕ ਇਨਲ ਇਨਫੋਰਮਡ ਹੁੰਦੇ ਆ, ਉਹਨਾਂ ਨੂੰ ਪਤਾ ਨਹੀਂ ਹੁੰਦਾ, ਕੁਝ ਉਹ ਬਾਇਸਡ ਹੁੰਦੇ ਆ, ਸਪੈਸ਼ਲੀ ਜਿਹੜੀ ਐਲੀਟ ਹੈਗੀ ਆ ਉਹ ਤਾਂ ਬਹੁਤ ਬਾਇਸਡ ਹੁੰਦੀ ਆ, ਤੇ ਉਹ ਉਹਨੂੰ ਕ੍ਰਸ਼ ਕਰਨ ਚ ਇੱਕ ਤਰ੍ਹਾਂ ਦਾ ਉਹਨਾਂ ਨੂੰ ਸੌਖ ਹੋ ਜਾਂਦੀ ਹੈ ਹੱਕ ਖੋਣ ਚ ਤੁਹਾਡੇ। ਜੇ ਆਪਾਂ ਆਨੰਦਪੁਰ ਸਾਹਿਬ ਦੇ ਮਤੇ ਨੂੰ ਤੁਸੀਂ ਗੱਲ ਕਰ ਰਹੇ ਸੀ, ਆਨੰਦਪੁਰ ਸਾਹਿਬ ਦੇ ਮਤੇ ਦੀ, ਉਹ ਕਿਹੜੀਆਂ ਗੱਲਾਂ ਕਰਕੇ, ਕਿਹੜੇ ਕਾਰਨਾਂ ਕਰਕੇ, ਕਿੱਥੇ ਗਲਤੀ ਰਹਿ ਗਈ ਕਿ ਉਹ ਮਤਾ ਪਾਸ ਨਹੀਂ ਹੋਇਆ, ਉਹ ਥੋੜਾ ਜਿਹਾ ਸਮਝਾਓ। ਕਿ ਗੱਲਾਂ ਬਾਤਾਂ ਤਾਂ ਉਦੋਂ ਵੀ ਚੱਲਦੀਆਂ ਸੀ, ਉਦੋਂ ਵੀ ਰਾਜੀਵ ਲੋਂਗੋਵਾਲ ਸਮਝੌਤਾ ਵੀ ਹੋਇਆ, ਇਹਨੂੰ ਕਿੱਦਾਂ ਦੇਖਦੇ ਹੋ ਇਸ ਸਾਰੇ ਨੂੰ? ਕੀ ਗੱਲ ਕੀ ਰਹਿ ਗਈ ਉੱਥੇ, ਕਮੀ ਕਿੱਥੇ ਰਹਿ ਗਈ ਸੀ? ਵੇਖੋ ਜੀ, ਕਮੀ ਆਪਾਂ ਕਹਿ ਦਈਏ ਕਿ ਜਿਹੜੇ ਲੋਕ ਸੰਘਰਸ਼ ਕਰ ਰਹੇ ਸੀ ਉਹਨਾਂ ਨਾਲੋਂ ਕੋਈ ਕਮੀ ਰਹਿ ਗਈ ਨਹੀਂ। ਉਹ ਤਾਂ ਬੜਾ ਫੋਰਸਫੁਲੀ ਉਹਦੇ ਵਾਸਤੇ ਲੜ ਰਹੇ ਸੀ, ਉਹਦੇ ਵਾਸਤੇ ਬੜੇ ਬਾਜ਼ਿਦ ਸੀ, ਉਹਨਾਂ ਨੇ ਤਾਂ ਜਾਨਾਂ ਵੀ ਗਵਾਤੀਆਂ ਉਸ ਪਰਟੀਕੁਲਰ ਮਤੇ ਵਾਸਤੇ, ਠੀਕ ਹੈ ਨਾ ਜੀ। ਉਹ ਏਡੂ ਵੱਡੀ ਕੁਰਬਾਨੀ ਤਾਂ ਦੇਣੀ ਬਹੁਤ ਮੁਸ਼ਕਿਲ ਆ ਕਿ ਵੀ ਤੁਸੀਂ ਆਪ ਦਾ ਜੀਵਨ ਹੀ ਉਸ ਤੇ ਦੇਤਾ ਤੇ ਉਸ ਗੱਲ ਤੋਂ ਪਿਛਾਂਹ ਨਹੀਂ ਹਟੇ। ਪਰ ਕਿਤੇ ਨਾ ਕਿਤੇ ਉਸ ਸਮੇਂ ਦੋ ਗੱਲਾਂ ਹੋਈਆਂ ਜੀ। ਇੱਕ ਤਾਂ ਜਿਹੜੀ ਉਸ ਸਮੇਂ ਦੀ ਭਾਰਤੀ ਲੀਡਰਸ਼ਿਪ ਸੀ, ਉਹਨੇ ਉਹਨੂੰ ਵੱਖਵਾਦੀ ਕਰਕੇ ਤੇ ਉਹ ਜੈਨੂਅਨ ਡਿਮਾਂਡਸ ਨੂੰ ਵੀ ਇੱਕ ਤਰ੍ਹਾਂ ਐਂ ਪੋਰਟਰੇ ਕੀਤਾ ਜਿਵੇਂ ਉਹ, ਜਾਂ ਸ਼ੋਅ ਕੀਤਾ ਉਸ ਸਮੇਂ ਦੀ ਸਰਕਾਰ ਨੇ ਜਾਂ ਸਟੇਟ ਨੇ, ਕਿ ਵੀ ਜਿਵੇਂ ਇਹ ਤਾਂ ਕੋਈ ਜਿਵੇਂ ਇਸ ਯੂਨੀਅਨ ਨੂੰ ਹੀ ਚੈਲੰਜ ਆ, ਇਹਦੀ ਹੋਂਦ ਨੂੰ ਹੀ ਖਤਰਾ ਹੈ। ਇੱਥੋਂ ਤੱਕ ਤੁਹਾਨੂੰ ਯਾਦ ਹੋਊਗਾ, ਪਤਾ ਨਹੀਂ ਤੁਸੀਂ ਤਾਂ ਸ਼ਾਇਦ ਛੋਟੇ ਹੋਵੋ ਜਾਂ ਉਦੋਂ ਹਲੇ ਪੈਦਾ ਹੀ ਨਾ ਹੋਏ ਹੋਵੋ, ਕਿ ਜਿਹੜੇ ਇਲੈਕਸ਼ਨ ਹੋਏ ਸੀ ਉਹਦੇ 'ਚ ਇਹ ਦਿਖਾਉਂਦੇ ਸੀ ਜਿਵੇਂ ਕਿ ਕੰਡਿਆਲੀ ਤਾਰ ਜਾਂ ਬਾਰਡਰ ਤੁਹਾਡੇ ਘਰਾਂ ਤੱਕ ਆ ਜਾਊਗਾ, ਤੇ ਇਸ ਤਰ੍ਹਾਂ ਦਾ ਡਰ ਪਾਇਆ ਗਿਆ ਕਿ ਵੀ ਪੜੋਸੀ ਰਾਜਾਂ ਤੋਂ ਜੀ ਇਹਨਾਂ ਨੂੰ ਕੁਝ ਮਿਲ ਰਿਹਾ ਹੈ, ਉਸ ਕਰਕੇ ਕਰ ਰਹੇ। ਮਤਲਬ ਬਿਲਕੁਲ ਹੀ ਇੱਕ ਝੂਠੀਆਂ ਗੱਲਾਂ ਦਾ ਇੱਕ ਪਲੰਦਾ ਬਣਾ ਦਿੱਤਾ ਗਿਆ ਇੱਕ ਜੈਨੂਅਨ ਡਿਮਾਂਡਸ ਨੂੰ ਕ੍ਰਸ਼ ਕਰਨ ਨੂੰ। ਹਾਲਾਂਕਿ ਮੈਂ ਜਿਵੇਂ ਤੁਹਾਨੂੰ ਆਖਿਆ ਕਿ ਉਹ ਡਿਮਾਂਡਸ ਸਾਊਥ ਦੀਆਂ ਸਟੇਟਸ ਵੀ ਮੰਗ ਰਹੀਆਂ ਸੀ, ਪੰਜਾਬ ਵੀ ਮੰਗ ਰਿਹਾ ਸੀ, ਕੋਈ ਇਹ ਐਡੀ ਵੱਡੀ ਗੱਲ ਨਹੀਂ ਸੀ। ਉਹ ਫੈਡਰਲ ਸਟਰਕਚਰ ਹੀ ਮੰਗ ਰਹੇ ਸੀ ਸੈਂਟਰ ਸਟੇਟ ਰਿਲੇਸ਼ਨਸ਼ਿਪ ਨੂੰ ਰੀਡਿਫਾਈਨ ਕਰਨ ਵਾਸਤੇ। ਦੂਜੇ ਪਾਸੇ ਕਿਤੇ ਨਾ ਕਿਤੇ ਸਾਡੀ ਜਿਹੜੀ ਅਕਾਲੀ ਲੀਡਰਸ਼ਿਪ ਸੀ ਉਸ ਟਾਈਮ ਦੀ, ਉਹਨੂੰ ਆਪਾਂ ਬਿਲਕੁਲ ਤਾਂ ਨਹੀਂ ਕਹਿ ਸਕਦੇ ਕਿ ਉਹ ਸਾਰਾ ਛੱਡੀ ਬੈਠੀ ਸੀ, ਪਰ ਉਹ ਸੋਚਦੀ ਸੀ ਕਿ ਇੰਨਾ ਕੁ ਮੰਗੋ ਤੇ ਇੰਨੇ ਤੇ ਮੰਨ ਜੋ, ਜਿਵੇਂ ਮਤਲਬ ਕਿ ਵੀ ਸਾਰੀ ਧੁਰ ਧਿਰ ਮਤਲਬ ਪੂਰਾ ਜੋ ਉਹ ਚੀਜ਼ਾਂ ਕਰੂਸ਼ੀਅਲ ਜਿਹੜੀਆਂ ਚੀਜ਼ਾਂ ਉਹ ਛੱਡ ਦੋ, ਤੇ ਜਿਹੜੀਆਂ ਛੋਟੀਆਂ ਛੋਟੀਆਂ ਜਿਵੇਂ ਇਨਕਰੀਮੈਂਟਲ ਡਿਮਾਂਡਸ ਆ ਜਾਂ ਰਹਿਤਾਂ ਜੀ ਆ, ਉਹ ਵਿੱਚ ਕੁਝ ਪਾਈਆਂ ਵੀਆਂ ਸੀ ਕਿ ਇੰਨਾ ਕੁ ਮੰਨ ਜਾਗੇ ਆਪਾਂ ਤੇ ਆਪਾਂ ਨੂੰ ਇਲੈਕਸ਼ਨ ਪੋਲਿਟਿਕਸ 'ਚ ਫਾਇਦਾ ਹੋਊ। ਸੋ ਇੱਕ ਪਾਸਿਓਂ ਸਰਕਾਰ ਬਾਜ਼ਿਦ ਸੀਗੀ ਕਿ ਅਸੀਂ ਇਹਨਾਂ ਨੂੰ ਹੱਕ ਨਹੀਂ ਦੇਣੇ, ਤੇ ਦੂਜੇ ਪਾਸਿਓਂ ਸਾਡੀ ਜਿਹੜੀ ਲੜ ਰਹੀ ਧਿਰ ਸੀ ਉਹਨਾਂ ਦੇ ਵਿੱਚੋਂ ਕੁਝ ਹਿੱਸਾ ਐਸਾ ਸੀ ਜਿਨ੍ਹਾਂ ਨੂੰ ਬਾਅਦ 'ਚ ਵੀ ਆਪਾਂ ਵੇਖਿਆ ਕਿ ਉਹ ਸਟੇਟ ਦੇ ਨਾਲ ਕੰਪਰੋਮਾਈਜ਼ ਹੋਏ, ਤੇ ਉਹ ਲੋਕ ਕਿਤੇ ਨਾ ਕਿਤੇ ਕੰਪਰੋਮਾਈਜ਼ ਕਰਨ ਦੀ ਸਥਿਤੀ 'ਚ ਖੜੇ ਸੀ। ਸੋ ਆਪਣਾ ਜਿਹੜਾ ਫਰੰਟ ਸੀ ਉਹ ਕਿਤੇ ਨਾ ਕਿਤੇ ਕਮਜ਼ੋਰ ਹੋ ਗਿਆ ਸੀਗਾ ਜੀ। ਤਾਂ ਉਹ ਵੀ ਕਾਰਨ ਇੱਕ ਬਣਿਆ ਕਿ ਵੀ ਆਪਾਂ ਉਹਨਾਂ ਨੂੰ ਪੁਸ਼ ਥਰੂ ਨਹੀਂ ਕਰ ਸਕੇ ਉਹਨਾਂ ਦੇ। ਬਿਲਕੁਲ ਬਿਲਕੁਲ। ਜੇ ਆਪਾਂ ਅੱਜ ਦੇ ਸੰਦਰਭ ਵਿੱਚ ਦੇਖੀਏ ਤਾਂ ਅੱਜ ਵੀ ਸੇਮ ਉਹੋ ਜਿਹੀ ਸਿਚੁਏਸ਼ਨ ਤੁਹਾਨੂੰ ਨਹੀਂ ਲੱਗਦੀ ਕਿ ਲੋਕ ਤਾਂ ਆਪਣੀ ਜਾਨ ਤਲੀ ਤੇ ਰੱਖ ਕੇ ਬੈਠੇ ਨੇ? ਲੋਕ ਤਾਂ ਕਹਿੰਦੇ ਕਿ ਅਸੀਂ ਚਾਹੀਏ ਤੇ 6 ਮਹੀਨੇ ਤੇ ਭਾਵੇਂ 6 ਸਾਲ ਤੇ ਭਾਵੇਂ ਜਦੋਂ ਤੱਕ ਮਰਜ਼ੀ ਤੁਸੀਂ ਬਿਠਾ ਕੇ ਰੱਖੋ, ਅਸੀਂ ਤਾਂ ਖੇਤੀ ਕਾਨੂੰਨ ਰੱਦ ਕਰਾ ਕੇ ਹੀ ਰਹਿਣਾ। ਪਰ ਸਾਡੇ ਜਿਹੜੇ ਕਿਸਾਨ ਆਗੂ ਨੇ, ਕਿਸਾਨਾਂ ਦੇ ਜਿਹੜੇ ਜਥੇਬੰਦੀਆਂ ਦੇ ਲੀਡਰ ਨੇ, ਉਹਨਾਂ ਨੂੰ ਇਹਨਾਂ ਗੱਲਾਂ ਦਾ ਧਿਆਨ ਨਹੀਂ ਰੱਖਣਾ ਚਾਹੀਦਾ? ਇਹਨਾਂ ਚੀਜ਼ਾਂ ਤੋਂ ਸਬਕ ਲੈਣਾ ਚਾਹੀਦਾ ਕਿ ਕੁਝ ਵੀ ਹੋ ਸਕਦਾ ਉੱਥੇ ਸੈਂਟਰ ਦੇ ਨਾਲ ਜਦੋਂ ਗੱਲਬਾਤ ਚੱਲ ਰਹੀ ਹੈ? ਗੱਲ ਹੁਣ ਵੀ ਪੰਜਾਬ ਦੀ ਹੈ, ਪੂਰੇ ਮੁਲਕ ਦੇ ਕਿਸਾਨਾਂ ਦੀ ਗੱਲ ਹੋ ਰਹੀ ਹੈ ਉੱਥੇ। ਵੇਖੋ ਜੀ, ਇਸ ਸਮੇਂ ਥੋੜਾ ਜਿਹਾ ਮੈਂ ਉਸ ਸਮੇਂ ਨਾਲ ਫਰਕ ਇਹ ਕਹਿੰਦਾ। ਖੈਰ ਉਦੋਂ ਵੀ ਲੋਕਾਂ ਨੇ ਤਾਂ ਬਹੁਤ ਪ੍ਰੈਸ਼ਰ ਸੀ ਜਾਂ ਉਹ ਲੜਨਾ ਚਾਹੁੰਦੇ ਸੀ ਜਾਂ ਈਵਨ ਵੱਡੀਆਂ ਕੁਰਬਾਨੀਆਂ ਤੇ ਉਦੋਂ ਬਾਅਦ ਵੀ ਤਿਆਰ ਸੀ ਤੇ ਲੜਦੇ ਵੀ ਰਹੇ। ਕੁਝ ਨੌਜਵਾਨ ਬਾਅਦ ਤੱਕ ਲੜਦੇ ਰਹੇ ਤੇ ਬੜੇ ਡਿਫਿਕਲਟ ਸਮੇਂ 'ਚ ਉਹਨਾਂ ਨੇ ਬਹੁਤ ਸੁਨਹਿਰਾ ਸਮਝ ਲਓ ਇੱਕ ਇਤਿਹਾਸ ਲਿਖਤਾ ਕੁਰਬਾਨੀਆਂ ਦਾ ਉਸ ਸਮੇਂ ਦਾ।
ਪਰ ਹੁਣ ਜੋ ਹੈ ਜੀ ਕਿ ਹੁਣ ਇੱਕ ਨਾ ਮਾਸ ਮੂਵਮੈਂਟ ਬਣ ਗਈ ਆ ਤੇ ਇਹ ਡੀਸੈਂਟਰਲਾਈਜ਼ਡ ਲੀਡਰਸ਼ਿਪ ਆ। ਡੀਸੈਂਟਰਲਾਈਜ਼ਡ ਲੀਡਰਸ਼ਿਪ ਨੂੰ ਹਾਲਾਂਕਿ ਆਪਾਂ ਹਮੇਸ਼ਾ ਨਿੰਦੇ ਆਏ ਕਿ ਨਹੀਂ ਇੱਕੋ ਝੰਡੇ ਥੱਲੇ ਇਕੱਠੇ ਹੋ ਜਾਓ, ਪਰ ਇਹ ਡੀਸੈਂਟਰਲਾਈਜ਼ਡ ਲੀਡਰਸ਼ਿਪ ਹੀ ਇਸ ਲੋਕ ਲੈਵਲ ਦੀ ਸਟਰੈਂਥ ਬਣ ਗਈ ਆ। ਇਹਨਾਂ ਚੋਂ ਕੋਈ ਵੀ ਲੀਡਰ ਜੇ 1 ਇੰਚ ਵੀ ਪਿਛਾਂਹ ਹਟ ਕੇ ਫੈਸਲਾ ਕਰਨ ਨੂੰ ਤਿਆਰ ਹੋ ਜਾਊਗਾ ਜਾਂ 1 ਇੰਚ ਵੀ ਪਿਛਾਂਹ ਹਟਣ ਦੀ ਗੱਲ ਕਰੂਗਾ ਤਾਂ ਲੋਕਾਂ ਨੇ ਉਹਨੂੰ ਬੇਰਾਂ ਵੱਟੇ ਵੀ ਨਹੀਂ ਪੁੱਛਣਾ, ਉਹ ਖਤਮ ਹੋ ਜਾਊਗਾ। ਪਰ ਇਹ ਨਹੀਂਗਾ ਕਿ ਵੀ ਕੋਈ ਸਮਝੌਤਾ ਹੋ ਜੂ। ਮਤਲਬ ਸੈਂਟਰ ਨੂੰ ਇੱਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਵੀ ਲੋਕਾਂ ਦੇ ਜਾਂ ਵਲੰਟੀਅਰਸ ਜਾਂ ਜਿਹੜੇ ਲੋਕ ਉੱਥੇ ਬੈਠੇ ਆ ਜਾਂ ਜਿਹੜੇ ਪਿੱਛੋਂ ਸਪੋਰਟ ਕਰ ਰਹੇ ਆ, ਜੇ ਉਹਨਾਂ ਦੀਆਂ ਭਾਵਨਾਵਾਂ ਨੂੰ ਠੁਕਰਾ ਕੇ ਉਹਨਾਂ ਦੀ ਭਾਵਨਾਵਾਂ ਨੂੰ ਪਾਸੇ ਰੱਖ ਕੇ ਕੋਈ ਲੀਡਰ ਵੀ ਸਮਝੌਤਾ ਕਰਨ ਦੀ ਕੋਸ਼ਿਸ਼ ਕਰੂ ਤਾਂ ਇੱਕ ਤਾਂ ਕੋਈ ਉਹ ਸਮਝੌਤੇ ਸਿਰੇ ਨਹੀਂ ਚੜਨੇ, ਦੂਸਰਾ ਉਹ ਬਿਲਕੁਲ ਬੰਦਾ ਖਤਮ ਹੀ ਹੋ ਜਾਊਗਾ ਇਸ ਪੋਲਿਟਿਕਸ, ਚਾਹੇ ਉਹਦੇ 30-40 ਸਾਲ ਦੀ ਵੀ ਉਹਦੇ ਪਿੱਛੇ ਉਹਦਾ ਟਰੈਕ ਰਿਕਾਰਡ ਹੋਵੇ, ਉਹਦੀਆਂ ਕੁਰਬਾਨੀਆਂ ਹੋਣ। ਤੇ ਇਹ ਗੱਲ ਹੁਣ ਤਕਰੀਬਨ ਪਿਛਲੇ 2-3 ਇਨਸੀਡੈਂਟਸ ਹੋ ਗਏ, ਉਹਦੇ ਤੋਂ ਕਿਸਾਨ ਯੂਨੀਅਨਸ ਵੀ ਸਮਝ ਚੁੱਕੀਆਂ ਤੇ ਮੈਨੂੰ ਨਹੀਂ ਲੱਗਦਾ ਕਿ ਉਹ ਇਸ ਤਰ੍ਹਾਂ ਦਾ ਕੋਈ ਸਮਝੌਤਾ ਕਰਨ ਦੀ ਕੋਸ਼ਿਸ਼ ਕਰ ਰਹੀਆਂ ਜਿਹੜੀਆਂ ਲੋਕਾਂ ਦੀਆਂ ਭਾਵਨਾਵਾਂ ਨੂੰ ਦੀ ਕਦਰ ਨਾ ਕਰਦੀਆਂ। ਜੀ, ਤੁਸੀਂ ਆਪਣਾ ਸ਼ੰਭੂ ਮੋਰਚੇ ਦੀ ਵੀ ਪੰਚਾਇਤ ਦੇ ਵਿੱਚ ਸ਼ਾਮਲ ਰਹੇ ਹੋ, ਹੁਣ ਕਿੱਦਾਂ ਦੇਖਦੇ ਹੋ ਸ਼ੰਭੂ ਮੋਰਚੇ ਦੀ ਕਾਮਯਾਬੀ ਜਾਂ ਬਾਕੀ ਕਿਸਾਨ ਜਥੇਬੰਦੀਆਂ ਨੇ ਜਿਹੜੇ ਮੋਰਚੇ ਲਾਏ ਸੀ ਉਹਨਾਂ ਦੀ ਕਾਮਯਾਬੀ ਵੀ ਜਿਹੜੀ ਹੈ ਉਹ ਦਿੱਲੀ ਦੀਆਂ ਬਰੂਹਾਂ ਤੱਕ ਪਹੁੰਚ ਚੁੱਕੀ ਹੈ। ਹੁਣ ਅੱਗੇ ਕੀ ਰਣਨੀਤੀ, ਕੀ ਸੋਚਿਆ ਹੈ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਅਵੇਅਰ ਕਰਨਾ? ਜਿਵੇਂ ਤੁਸੀਂ ਵਾਰਸ ਪੰਜਾਬ ਦੇ ਮੁਹਿੰਮ ਚਲਾਈ ਦੀਪ ਸਿੱਧੂ ਹੋਣਾ ਨੇ, ਤੇ ਹੁਣ ਕੀ ਲੱਗਦਾ ਹੈ ਕਿ ਕਿਸ ਤਰੀਕੇ ਦੇ ਨਾਲ ਇਸ ਚੀਜ਼ ਨੂੰ ਜਿਹੜਾ ਉਹ ਮਤਲਬ ਕਿ ਕਿਤੇ ਇਹ ਤਾਂ ਨਹੀਂ ਕੋਈ ਸਿਆਸੀ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਜਾਏਗੀ ਜਾਂ ਫਿਰ ਸਿਰਫ ਪੰਜਾਬ ਦੇ ਮਸਲਿਆਂ ਨੂੰ ਫੋਕਸ ਕਰਕੇ ਹੀ ਇੱਕ ਅਲੱਗ ਤੋਂ ਜਿਹੜਾ ਸਿਆਸਤ ਤੋਂ ਬਾਹਰ ਰਹਿ ਕੇ ਕੰਮ ਕੀਤਾ ਜਾਏਗਾ? ਵੇਖੋ ਜੀ, ਜਦੋਂ ਸ਼ੰਭੂ ਮੋਰਚਾ ਸ਼ੁਰੂ ਕੀਤਾ ਸੀ ਤਾਂ ਮੇਨ ਆਬਜੈਕਟਿਵ ਇਹ ਸੀ ਕਿ ਲੋਕਾਂ ਨੂੰ ਇਹ ਦੱਸਣ ਦਾ ਕਿ ਵੀ ਇਹ ਦੋ ਉਹਦੇ ਆਬਜੈਕਟਿਵ ਸੀ। ਸ਼ਾਰਟ ਟਰਮ ਆਬਜੈਕਟਿਵ ਉਹਦਾ ਇਹ ਸੀ ਕਿ ਵੀ ਆਪਾਂ ਕਿਸਾਨ ਸੰਘਰਸ਼ ਦੇ ਵਿੱਚ ਇੱਕ ਸਹਾਈ ਧਿਰ ਦੇ ਤੌਰ ਤੇ ਖੜਨਾ, ਉਹਨਾਂ ਦੀ ਸਪੋਰਟ ਕਰਨੀ, ਠੀਕ ਹੈ ਜੀ, ਤੇ ਕਿਸਾਨ ਯੂਨੀਅਨਸ ਦੀ ਸਪੋਰਟ ਕਰਨੀ ਆ। ਦੂਸਰਾ ਉਹਦਾ ਇਹ ਸੀਗਾ ਕਿ ਵੀ ਇੱਕ ਤਰ੍ਹਾਂ ਇਹ ਵੀ ਜਾਗਰੂਕ ਕਰਨਾ ਕਿ ਸਾਡਾ ਸਿਰਫ MSP ਜਾਂ ਕਾਨੂੰਨ ਰੱਦ ਕਰਨ ਵਾਲੀਆਂ MSPਆਂ ਮਿਲਣ ਨਾਲ ਸਾਡੀਆਂ ਪ੍ਰੋਬਲਮਸ ਹੱਲ ਨਹੀਂ ਹੁੰਦੀਆਂ, ਤੇ ਕਿਸਾਨ ਯੂਨੀਅਨਸ ਦੇ ਉੱਤੇ ਇੱਕ ਤਰ੍ਹਾਂ ਪਹਿਰਾ ਜਾਂ ਕੁੰਡਾ ਵੀ ਰੱਖਿਆ ਜਾਵੇ। ਸੋ ਇਹ ਤਕਰੀਬਨ 3 ਆਬਜੈਕਟਿਵਸ ਸ਼ੰਭੂ ਮੋਰਚਾ ਪੂਰੇ ਕਰ ਰਿਹਾ ਸੀਗਾ, ਜਿਹਦੇ ਵਿੱਚ ਅਸੀਂ ਸਹਾਈ ਵੀ ਹੋਏ ਹਾਂ ਜੀ। ਵੇਖੋ, ਉਸ ਸਮੇਂ ਸਭ ਤੋਂ ਪਹਿਲਾਂ ਜਦੋਂ ਉਹ ਟੁੱਟਿਆ ਬੈਰੀਅਰ ਤਾਂ ਸ਼ੰਭੂ ਤੋਂ ਟੁੱਟਿਆ, ਸਾਡੇ ਨੌਜਵਾਨ ਵਿੱਚ ਸੀ, ਮੈਂ ਵੀ ਵਿੱਚ ਸੀ। ਇਹ ਨਹੀਂ, ਕਿਸਾਨ ਯੂਨੀਅਨਸ ਦੇ ਵੀ ਬਹੁਤ ਵੱਡਾ ਲੋਕ ਵਿੱਚ ਸੀਗੇ, ਮਤਲਬ ਇੱਕ ਜੁਆਇੰਟ ਐਫਰਟ ਸੀ ਜਿਹਦੇ ਨਾਲ ਟੁੱਟਿਆ। ਸੈਕਿੰਡ, ਲੰਗਰ ਤੋਂ ਲਗਾਤਾਰ ਚੱਲਦੀ ਰਹੀ, ਲੋਕਾਂ ਦੇ ਵਿੱਚ ਆਈਡੀਆ ਡਿਸੈਮੀਨੇਟ ਹੋਇਆ ਕਿ ਵੀ ਇਹ ਪ੍ਰੋਬਲਮ ਆ। ਹਰੇਕ ਬੰਦੇ ਨੂੰ, ਚਾਹੇ ਉਹ ਕਿਸੇ ਵਿਚਾਰਧਾਰਾ ਦੇ ਵੀ ਆਇਆ, ਜੇ ਉਹ ਸੰਘਰਸ਼ ਦੇ ਵਾਸਤੇ ਪੋਜ਼ਿਟਿਵ ਸੀ ਤਾਂ ਉਹਨੂੰ ਉੱਥੋਂ ਬੋਲਣ ਦਾ ਮੌਕਾ ਮਿਲਿਆ, ਤੇ ਉਹ ਜਿਹੜਾ ਮੈਸੇਜ ਆ ਉਹ ਸੋਸ਼ਲ ਮੀਡੀਆ ਤੇ ਯੂਟਿਊਬਸ ਤੇ ਹੋਰ ਤਰੀਕਿਆਂ ਨਾਲ ਵਰਲਡ ਓਵਰ ਗਿਆ, ਗਲੋਬਲ ਕੀਤਾ ਉੱਥੋਂ। ਤੇ ਦੂਸਰੀ ਗੱਲ ਜਿਹੜੀ ਸਾਨੂੰ ਸੀਗੀ ਕਿ ਵੀ ਅਸੀਂ ਵਾਰਿਸ ਪੰਜਾਬ ਦੇ ਜਿਹੜਾ ਪ੍ਰੋਗਰਾਮ ਚਲਾਇਆ ਜਾਂ ਹੋਰ ਜਿਹੜੇ ਐਫਰਟਸ ਕਰ ਰਹੇ ਆ, ਉਹਦੇ ਨਾਲ ਤਾਂ ਸਿਰਫ ਇਹ ਜਾਗਰੂਕ ਕਰਾਉਣਾ ਹੈ ਕਿ ਕੱਲਾ MSP ਤੇ ਜਾਂ ਕਾਨੂੰਨ ਰੱਦ ਹੋਣ ਨਾਲ ਸਾਡੇ ਮਸਲੇ ਹੱਲ ਨਹੀਂ ਹੋਣੇ। ਉਹ ਲੌਂਗ ਟਰਮ ਇੱਕ ਲੜਾਈ ਆ, ਉਸ ਲੌਂਗ ਟਰਮ ਲੜਾਈ ਵਾਸਤੇ ਆਪਾਂ ਲਾਮਬੰਦ ਕਰ ਰਹੇ ਆ ਲੋਕਾਂ ਨੂੰ, ਤੇ ਉਹ ਜਾਰੀ ਰਹੂਗਾ ਜੀ। ਉਹ ਇਹ ਨਹੀਂ ਕਿ ਵੀ ਅਸੀਂ ਉਹਨੂੰ ਬੰਦ ਕਰ ਰਹੇ ਹਾਂ, ਉਹ ਅਗਰੈਸਿਵ ਇੰਨਾ ਨਹੀਂ ਹੋ ਸਕਦਾ। ਇਹ ਆ ਕਿ ਇੱਕ ਸਟੇਜ ਤੱਕ ਆਪਾਂ ਲੋਕਾਂ ਨੂੰ ਲੈ ਗਏ, ਉਹਨਾਂ ਦੀ ਜਾਗਰੂਕਤਾ ਕਰਤੀ ਆ, ਉਹ ਹੋ ਸਕਦਾ ਥੋੜਾ ਪੈਸਿਵ ਚੱਲੇ। ਤੀਜੀ ਗੱਲ ਜਿਹੜੀ ਹਲੇ ਵੀ ਸ਼ੰਭੂ ਮੋਰਚਾ ਜਾਂ ਹੋਰ ਲੋਕ ਕਰ ਰਿਹਾ, ਸ਼ੰਭੂ ਮੋਰਚਾ ਖਾਸ ਕਰਕੇ ਕਰ ਰਿਹਾ, ਉਹ ਇਹ ਹੈ ਕਿ ਕਿਸੇ ਨਾ ਕਿਸੇ ਰੂਪ ਦੇ ਵਿੱਚ ਕੁੰਡਾ ਵੀ ਹੈ ਕਿਸਾਨ ਯੂਨੀਅਨਸ ਦੇ ਉੱਤੇ ਕਿ ਉਹ ਫੈਸਲਾ ਲੋਕਾਂ ਦੀਆਂ ਭਾਵਨਾਵਾਂ ਨੂੰ ਸੰਦਰਭ ਚ ਰੱਖਦੇ ਜਾਂ ਸਮਝਦੇ ਹੋਏ ਜਾਂ ਉਹਨਾਂ ਨੂੰ ਕੰਟੈਕਸਟ ਚ ਰੱਖਦੇ ਹੋਏ ਕਰਨਗੇ। ਜੇ ਉਹ ਇੱਧਰ ਉਧਰ ਹੁੰਦੇ ਆ ਤਾਂ ਸ਼ੰਭੂ ਮੋਰਚੇ ਨੇ ਹਮੇਸ਼ਾ ਹੀ ਉਹਨਾਂ ਦੇ ਅਗੇਂਸਟ ਬੜਾ ਸ਼ਾਰਪ ਪੋਲੀਟੀਕਲ ਸਟੈਂਡਸ ਲਏ ਆ, ਤੇ ਉਹ ਚੀਜ਼ ਜਿਹੜੀ ਆ ਉਹ ਕਿਤੇ ਨਾ ਕਿਤੇ ਕਿਸਾਨ ਯੂਨੀਅਨਸ ਦੇ ਵੀ ਪਲੇ ਕਰਦੀ ਆ ਜਦੋਂ ਬੈਠਣਗੇ ਟੇਬਲ ਤੇ। ਮੈਂ ਇਹ ਵੀ ਪੁੱਛਿਆ ਸੀ ਕਿ ਮੋਰਚਾ ਕੋਈ ਸਿਆਸੀ ਰੰਗਤ ਤਾਂ ਨਹੀਂ ਲੈਂਦਾ ਕਿਤੇ ਅੱਗੇ ਜਾ ਕੇ, ਕੋਈ ਸਿਆਸੀ ਪਾਰਟੀ ਦੇ ਵਿੱਚ, ਜਾਂ ਫਿਰ ਪੰਜਾਬ ਦੇ ਹੱਕਾਂ ਦੇ ਲਈ ਇੱਕ ਲਹਿਰ ਜਿਹੜੀ ਉਹ ਬਣਾ ਕੇ ਰੱਖੋਗੇ ਬਸ? ਵੇਖੋ ਜੀ, ਉਹਨੇ ਜਾਗਰੂਕਤਾ ਕਰਨੀ ਸੀ। ਮੋਰਚੇ ਦੇ ਵਿੱਚ ਕੋਈ ਜ਼ਿਆਦਾ ਲੋਕ ਤਾਂ ਇਨਵੋਲਡ ਹੀ ਨਹੀਂ ਗਏ, ਹਨਾ, ਜਿਹੜੇ ਕਿ ਸਿਆਸੀ। ਦੀਪ ਸਿੱਧੂ ਇਨਵੋਲਡ ਹੈਗੇ ਆ, ਮੈਂ ਹੈਗਾ, ਤੇ ਸਰਦਾਰ ਜੋਗਾ ਸਿੰਘ ਆ ਉਹਦੀ ਜਿਹੜੀ ਪੰਚਾਇਤ ਆ, ਤੇ ਇੱਕ ਹਰਪ੍ਰੀਤ ਸਿੰਘ ਦੇਵਗੰਜੀ ਆ ਜਿਹੜੇ ਪ੍ਰਬੰਧਕ ਆ। ਇਹਨਾਂ ਬੰਦਿਆਂ ਚੋਂ ਜਿਹੜੇ ਮੈਂ ਕਹਿ ਸਕਦਾ ਤੇ ਹੁਣ ਕੋਈ ਆਪਣਾ ਪਿਛਲੇ ਕਾਫੀ ਦਿਨਾਂ ਤੋਂ ਇੱਕ ਪ੍ਰਦੀਪ ਜੀ ਆ ਤੇ ਹੋਰ ਕੁਝ ਲੋਕ ਆ ਜਿਹੜੇ ਸਰ ਪ੍ਰਦੀਪ ਸਿੰਘ, ਤੇ ਉਹ ਐਫਰਟ ਕਰ ਰਹੇ। ਇਹਨਾਂ ਬੰਦਿਆਂ ਚੋਂ
ਤਾਂ ਕੋਈ ਲੱਗਦਾ ਨਹੀਂ ਕਿ ਜਿਹੜਾ ਸਿਆਸੀ ਕੋਈ ਧਿਰ ਬਣਾਉਣ ਦੀ ਕੋਸ਼ਿਸ਼ ਕਰੂ। ਹਾਂ, ਇੰਡੀਵਿਜੂਅਲ ਤੌਰ ਤੇ ਕਿਸੇ ਸਿਆਸੀ ਪਾਰਟੀ ਜਾਂਦੇ ਰਹਿਣ ਜਾਂ ਕਰਨ ਲੱਗ ਜਾਣ ਤਾਂ ਪਤਾ ਨਹੀਂ, ਪਰ ਇਹ ਜਿੱਥੋਂ ਤੱਕ ਮੈਂ ਆਪਦੀ ਤੁਹਾਨੂੰ ਕਹਿ ਸਕਦਾ ਕਿ ਮੇਰੀ ਇਹ ਗਾਰੰਟੀ ਹੈ ਕਿ ਵੀ ਮੈਂ ਕੋਈ ਇਲੈਕਸ਼ਨ ਪੋਲਿਟਿਕਸ 'ਚ ਜਾਂ ਕੋਈ ਅਹੁਦਾ ਲੈਣ ਵਾਲੀ ਪੋਲਿਟਿਕਸ 'ਚ ਨਹੀਂ ਆਊਂਗਾ। ਤੇ ਮੈਨੂੰ ਲੱਗਦਾ ਕਿ ਦੀਪ ਜੀ ਵੀ ਤਕਰੀਬਨ ਉਸ ਪਾਸੇ ਨੂੰ ਹੀ ਉਹਨਾਂ ਦਾ ਵਿਚਾਰ ਆ। ਉਹ ਸਟਰਗਲ ਨਹੀਂ ਕਰ, ਉਹ ਸਟਰਗਲ ਪੋਲਿਟਿਕਸ 'ਚ ਰਹਿਣਾ ਚਾਹੁੰਦੇ ਆ। ਬਾਕੀ ਤਾਂ ਸਮੇਂ ਨਾਲ ਹੀ ਹੁੰਦਾ, ਬੰਦਾ ਆਪਦੇ ਬਾਰੇ ਹੀ ਦੱਸ ਸਕਦਾ ਹੁੰਦਾ ਹੈ, ਮੈਂ ਇਹ ਕਹਿ ਸਕਦਾ। ਪਰ ਸ਼ੰਭੂ ਮੋਰਚੇ ਨੇ ਜੋ ਟੀਚਾ ਮਿੱਥਿਆ ਸੀ ਇਸ ਖੁਦਮੁਖਤਾਰੀ ਵਾਲੀ ਗੱਲ ਨੂੰ, ਜਾਂ ਅਨੰਦਪੁਰ ਸਾਹਿਬ ਆਪਣਾ ਖੁਦਮੁਖਤਾਰੀ ਵਾਲੀ ਗੱਲ ਨੂੰ, ਜਾਂ ਫੈਡਰਲ ਸਟਰਕਚਰ ਨੂੰ, ਜਾਂ ਸੈਂਟਰਲ ਸਟੇਟ ਰਿਲੇਸ਼ਨਸ਼ਿਪਸ ਨੂੰ, ਉਹ ਤਕਰੀਬਨ ਜੀ ਅਸੀਂ ਇਹ ਕਹਿ ਸਕਦੇ ਹਾਂ ਕਿ ਅਸੀਂ ਉਹ ਜਰਨਲਾਈਜ਼ ਕਰਨ 'ਚ ਕਾਮਯਾਬ ਹੋਏ, ਲੋਕਾਂ ਤੱਕ ਪਹੁੰਚਾਉਣ 'ਚ ਕਾਮਯਾਬ ਹੋਏ। ਤੇ ਅੱਗੇ ਵੇਖੋ ਜੋ ਹਾਲੇ ਤਾਂ ਲੰਬੀ ਲੜਾਈ ਆ ਆਪਣੀ, ਜੋ ਸਾਡੇ ਤੋਂ ਸਹਾਇਤਾ ਹੋ ਸਕੀ ਅਸੀਂ ਕਰਾਂਗੇ। ਤੇ ਇਸ ਸਮੇਂ ਵੀ ਉੱਥੇ ਲੰਗਰ ਚੱਲਦਾ ਹੈ ਸ਼ੰਭੂ ਮੋਰਚੇ ਤੇ, ਦਵਾਈਆਂ, ਦਾਰੂ, ਸਾਰਾ ਕੁਝ ਚੱਲਦਾ ਹੈ। ਜਿਹੜੀਆਂ ਸੰਗਤਾਂ ਕਿਸਾਨ ਯੂਨੀਅਨ ਕਿਸਾਨ ਸੰਘਰਸ਼ 'ਚ ਜਾ ਰਹੀਆਂ ਹੈ ਜਾਂ ਉੱਥੋਂ ਆ ਰਹੀਆਂ, ਉੱਥੇ ਆਰਾਮ ਕਰ ਸਕਦੀਆਂ। ਪਹਿਲ ਸੇਵਾ ਉਹਨਾਂ ਵਾਸਤੇ ਦਵਾਈਆਂ ਦੀ ਵੀ ਅੱਜ ਤੋਂ ਅਸੀਂ ਉੱਥੇ ਲਾਤਾ ਹੈ ਕੈਂਸਰ ਸੇਵਾ ਸੁਸਾਇਟੀ ਨਾਲ ਮਿਲ ਕੇ, ਕਿ ਵੀ ਕਿਸੇ ਨੂੰ ਦਵਾ ਦਾਰੂ ਚਾਹੀਦੀ ਹੈ, ਆਸੇ-ਪਾਸੇ ਦੇ ਇਲਾਕੇ ਵਾਲਿਆਂ ਨੂੰ ਵੀ, ਉਹਨਾਂ ਨੂੰ ਵੀ, ਤਾਂ ਅਸੀਂ ਜਿੰਨੀ ਕੁ ਦੇਰ ਜੋ ਵੀ ਮਤਲਬ ਜਿੰਨੀ ਦੇਰ ਉਹ ਸਟਰਗਲ ਚੱਲਦੀ ਹੈ ਤਾਂ ਅਸੀਂ ਨਾਲ ਖੜੇ ਹਾਂ। ਮਤਲਬ ਇੱਕ ਮਿਲ ਪੱਥਰ ਬਣ ਕੇ ਉਹ ਸਾਬਤ ਹੋਏਗਾ ਸ਼ੰਭੂ ਮੋਰਚਾ। ਅਜੇਪਾਲ ਸਿੰਘ ਜੀ, ਬਹੁਤ-ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਦੇ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਾਡੇ ਨਾਲ ਮੌਜੂਦ ਸਨ ਅਜੇਪਾਲ ਸਿੰਘ ਬਰਾੜ, ਲੇਖਕ ਤੇ ਵਿਸ਼ਲੇਸ਼ਕ, ਕਿਤਾਬਾਂ ਵੀ ਲਿਖ ਚੁੱਕੇ ਨੇ ਸਿੱਖ ਇਤਿਹਾਸ ਬਾਰੇ। ਇਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਇਤਿਹਾਸ ਵਿੱਚ ਹੋਈਆਂ ਗਲਤੀਆਂ ਤੋਂ ਸਬਕ ਲੈਣ ਦੀ ਲੋੜ ਹੈ। ਤੁਹਾਨੂੰ ਪ੍ਰੋਗਰਾਮ ਕਿਸ ਤਰ੍ਹਾਂ ਦਾ ਲੱਗਿਆ, ਸਾਨੂੰ ਆਪਣੇ ਵਿਚਾਰ ਕਮੈਂਟ ਕਰਕੇ ਜ਼ਰੂਰ ਦੱਸਿਓ। ਲੋਕ ਰਾਣੀ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।